10ਵੀਂ ਵੀਡੀਓ ਮਸਕੀਨ ਜੀ ਦੀ ਆਪਣੀ ਲਿਖੀ ਪੁਸਤਕ ਤੀਜਾ ਨੇਤਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਰਸ ਤਾਂ ਜੀਵਨ ਦੀ ਬੁਨਿਆਦ ਹੈ, ਜੜ ਹੈ, ਔਰ ਬੁਨਿਆਦ ਪਹਿਲੇ ਰੱਖੀ ਦੀ ਹੈ, ਮਹੱਲ ਬਾਅਦ ਵਿੱਚ ਉਸਾਰੀ ਦਾ ਹੈ। ਧਰਮ ਦੀ ਬੁਨਿਆਦ 'ਤੇ ਹੀ ਰਾਜਨੀਤੀ ਦਾ ਮਹਿਲ ਖੜ੍ਹਾ ਕਰਨਾ ਚਾਹੀਦਾ ਹੈ। ਜੋ ਪੂਰਨ ਤੌਰ 'ਤੇ ਧਰਮੀ ਨਹੀਂ ਹੈ, ਉਹ ਰਾਜਨੀਤਿਕ ਦਾ ਕੋਈ ਭਰੋਸਾ ਨਹੀਂ ਹੈ। ਕਿਸੇ ਵਕਤ ਵੀ ਆਪਣੀ ਸਵਾਰਥ ਸਿੱਧੀ ਲਈ ਕੌਮ ਨੂੰ ਧੋਖਾ ਦੇ ਜਾਵੇਗਾ। ਖੁਦਾ ਤਰਸ ਬਾਇਦ ਅਮਾਨਤ ਗੁਜ਼ਾਰ। ਸ਼ੇਖ ਸ਼ਾਦੀ ਦਾ ਕਹਿਣਾ ਹੈ ਕਿ ਜਿਸ ਕੋਲ ਕੌਮ ਦੀ ਧਨ ਦੀ ਜਾਂ ਆਪਣੀ ਅਸਮਤ ਦੀ ਇਮਾਨਤ ਰੱਖਣੀ ਹੈ, ਉਸ ਨੂੰ ਖੁਦਾ ਤਰਸ ਧਰਮੀ ਹੋਣਾ ਅਤੀ ਲਾਜ਼ਮੀ ਹੈ, ਨਹੀਂ ਤਾਂ ਅਮਾਨਤ ਵਿੱਚ ਖਿਆਨਤ ਹੋ ਜਾਵੇਗੀ। ਇਕਬਾਲ ਦਾ ਕਹਿਣਾ ਹੈ ਕਿ ਜਿਹੜੀ ਰਾਜਨੀਤੀ ਤੇ ਸੱਤਾ ਵਿੱਚ ਆਇਆ ਰਾਜਨੀਤਿਕ ਧਰਮੀ ਨਹੀਂ, ਉਹ ਤਾਂ ਚੰਗੇਜ਼ ਖਾਨ ਜਾਂ ਹਲਾਕੂ ਹੋਵੇਗਾ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, जुदा होंदी सियासत से तो रह जाती है चंगेजी। सतगुरु जी अपनी कला वरताउण ਮਿਹਰ ਕਰਨ ਤਾਂ ਕਿ ਪ੍ਰਚਾਰਕਾਂ ਨੂੰ ਕਹਿਣੀ ਦੇ ਨਾਲ ਰਹਿਣੀ ਦੇਣ ਤੇ ਪ੍ਰਚਾਰਕਾਂ ਨੂੰ ਧਾਰਮਿਕ ਵਿਸ਼ਵਾਸ ਦੇ ਬਾਣੀ ਦਾ ਰਸ ਦੇਣ। ਭਾਗ 10ਵਾਂ। ਉਦਾਸੀ। ਉਦਾਸੀ ਦਾ ਅਰਥ ਹੈ ਉਦ ਆਸਨ, ਭਾਵ ਆਪਣੇ ਕੋਲ ਬੈਠਣਾ। ਤੇ ਆਪਣੇ ਕੋਲ ਉਹ ਬੈਠਦਾ ਹੈ ਜੋ ਜਗਤ ਤੋਂ ਉਪਰਾਮ ਹੋਵੇ, ਤੇ ਉਪਰਾਮ ਚਿੱਤ ਉਤਨੇ ਤੱਕ ਨਹੀਂ ਹੁੰਦਾ ਜਦ ਤੱਕ ਜਗਤ ਅਸਾਰ ਨਹੀਂ ਦਿਖਾਈ ਦਿੰਦਾ। ਜਗਤ ਦਾ ਅਸਾਰ ਦਿਖਾਈ ਦੇਣਾ ਦੋ ਤਰ੍ਹਾਂ ਦਾ ਹੈ, ਇਸ ਵਾਸਤੇ ਉਪਰਾਮਤਾ ਵੀ ਦੋ ਤਰ੍ਹਾਂ ਦੀ ਹੈ। ਔਰ ਜਦ ਉਪਰਾਮਤਾ ਦੋ ਤਰ੍ਹਾਂ ਦੀ ਹੈ ਤਾਂ ਜਗਤ ਵਿੱਚ ਉਦਾਸੀ ਵੀ ਦੋ ਤਰ੍ਹਾਂ ਦੇ ਹਨ। ਸੰਸਾਰ ਤੋਂ ਗਹਿਰੀ ਚੋਟ ਲੱਗੀ ਹੈ, ਦਿਵਾਲਾ ਨਿਕਲ ਗਿਆ ਹੈ। ਕੋਈ ਪਿਆਰਾ ਅਜੀਜ਼ ਮਿੱਤਰ, ਪੁੱਤਰ, ਪਤਨੀ, ਪ੍ਰਿਯਜਨ ਚਲਾਣਾ ਕਰ ਗਿਆ ਹੈ ਤਾਂ ਜਿਤਨਾ ਸੰਵੇਦਨਸ਼ੀਲ ਹਿਰਦਾ ਹੋਵੇਗਾ ਉਤਨੀ ਗਹਿਰੀ ਚੋਟ ਲੱਗੇਗੀ ਤੇ ਉਸ ਚੋਟ ਨਾਲ ਮਨ ਸੁਕੜਦਾ ਹੈ। ਜੀਵਨ ਚੇਤਨਾ ਸੰਕੀਰਣ ਹੁੰਦੀ ਹੈ। ਮਨੁੱਖ ਐਸੀ ਹਾਲਤ ਵਿੱਚ ਤਨਹਾਈ ਲੋੜਦਾ ਹੈ। ਅਤੀ ਦੁੱਖ ਵਿੱਚ ਮਨੁੱਖ ਇਕੱਲਾ ਹੋਣਾ ਚਾਹੁੰਦਾ ਹੈ, ਆਪਣੇ ਨਾਲ ਹੀ ਬੈਠਣਾ ਚਾਹੁੰਦਾ ਹੈ, ਕਿਉਂਕਿ ਬਾਕੀ ਤਾਂ ਬਾਹਰ ਕੁਛ ਵੀ ਨਹੀਂ ਰਿਹਾ। ਜਿਨ੍ਹਾਂ ਨੂੰ ਜੀਵਨ ਦਾ ਆਧਾਰ ਬਣਾਇਆ ਸੀ ਉਹ ਨਹੀਂ ਰਹੇ, ਤੇ ਜਦ ਆਧਾਰ ਹੀ ਨਹੀਂ ਰਿਹਾ ਤਾਂ ਜੀਵਨ ਚੇਤਨਾ ਸੁਕੜੇਗੀ ਔਰ ਨਿਰਾਸ਼ਾ ਜੀਵਨ ਨੂੰ ਚਾਰੋਂ ਪਾਸਿਓਂ ਘੇਰੇਗੀ। ਐਸੀ ਘੋਰ ਨਿਰਾਸ਼ਾ ਤੇ ਉਪਰਾਮ ਉਦਾਸੀ ਘੜੀ ਵਿੱਚ ਮਨੁੱਖ ਆਤਮ ਹੱਤਿਆ ਕਰਨ ਲਈ ਸੋਚਦਾ ਹੈ। ਇਸ ਤਰ੍ਹਾਂ ਦੀ ਉਦਾਸੀ ਉਪਰਾਮਤਾ ਨਿਰਾਸ਼ਾ ਦਾ ਆਧਾਰ ਅਗਿਆਨ ਹੈ, ਤੇ ਐਸੀ ਹਾਲਤ ਵਿੱਚ ਮਨੁੱਖ ਆਤਮਘਾਤ ਖੁਦਕਸ਼ੀ ਹੀ ਸੋਚਦਾ ਹੈ ਜਾਂ ਆਤਮਘਾਤ ਕਰ ਹੀ ਲੈਂਦਾ ਹੈ। ਇੱਕ ਹੋਰ ਨਿਰਾਸ਼ਾ ਵੀ ਹੈ ਜਿਸ ਤੋਂ ਉਦਾਸੀ ਦਾ ਜਨਮ ਹੁੰਦਾ ਹੈ। ਉਸ ਉਦਾਸੀ ਦਾ ਆਧਾਰ ਗਿਆਨ ਹੈ, ਤੇ ਇਸ ਤਰ੍ਹਾਂ ਦੀ ਉਦਾਸੀ ਵਿੱਚ ਮਨੁੱਖ ਆਤਮ ਕ੍ਰਾਂਤੀ ਕਰਦਾ ਹੈ, ਭਾਵ ਖੁਦਕਸ਼ੀ ਨਹੀਂ ਕਰਦਾ, ਖੁਦ ਨੂੰ ਬਦਲਦਾ ਹੈ। ਪ੍ਰਭੂ ਚਿੰਤਨ ਕਰਦਿਆਂ ਜਗਤ ਦੀ ਅਸਲੀਅਤ ਦਿਸ ਪੈਂਦੀ ਹੈ। ਸਤਸੰਗ ਕਰਦਿਆਂ, ਧਰਮ ਗ੍ਰੰਥਾਂ ਦਾ ਅਧਿਐਨ ਕਰਦਿਆਂ ਪਤਾ ਚੱਲ ਜਾਂਦਾ ਹੈ ਕਿ ਜਗਤ ਦੇ ਸੁੱਖ ਤੇ ਜਗਤ ਦਾ ਜੀਵਨ ਸੁਪਨਾ ਹੈ। ਅਸਾਰ ਹੈ ਤਾਂ ਮਨ ਉਦਾਸ ਹੋ ਜਾਂਦਾ ਹੈ। ਇਸ ਉਦਾਸੀ ਪ੍ਰਭੂ ਚਿੰਤਨ ਤੇ ਗਿਆਨ ਸਾਧਨਾ ਤੋਂ ਪੈਦਾ ਹੁੰਦੀ ਹੈ। ਅਸਾਰ ਤੋਂ ਉਦਾਸ ਮਨ ਸਾਰ ਦੀ ਤਲਾਸ਼ ਕਰਦਾ ਹੈ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਇਕ ਹੈ। ਰਾਮਕਲੀ ਮਹੱਲਾ ਪਹਿਲਾ, ਅੰਗ 877। ਜੋ ਜਗਤ ਤੋਂ ਨਿਰਾਸ਼ ਹੋਇਆ ਹੈ ਉਹ ਆਤਮ ਕ੍ਰਾਂਤੀ ਕਰੇਗਾ। ਜੋ ਪਰਮਾਤਮਾ ਤੋਂ ਨਿਰਾਸ਼ ਹੋਇਆ ਹੈ ਉਹ ਆਤਮਘਾਤ ਕਰੇਗਾ, ਕਿਉਂਕਿ ਉਸ ਵਾਸਤੇ ਹੋਰ ਕੋਈ ਮਾਰਗ ਹੀ ਨਹੀਂ ਰਹਿ ਜਾਂਦਾ। ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਜਨਮ ਤੋਂ ਹੀ ਜਗਤ ਤੋਂ ਉਦਾਸ ਸਨ। ਆਪ ਦੀ ਇਹ ਉਦਾਸੀ ਗਿਆਨ ਆਸ਼ਰਤ ਸੀ, ਅਤੇ ਆਪ ਜੀ ਨੇ ਜੋ ਪੰਥ ਚਲਾਇਆ ਉਹ ਵੀ ਉਦਾਸੀ ਕਹਿਲਾਇਆ, ਤੇ ਉਦਾਸੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਭਰਪੂਰ ਪ੍ਰਚਾਰ ਦੇਸ਼ ਦੇਸ਼ਾਂਤਰਾਂ ਵਿੱਚ ਕੀਤਾ। ਗਿਆਨ ਆਸ਼ਰਤ ਜੋ ਉਦਾਸੀ ਹੈ ਉਸ ਵਿੱਚ ਮਨੁੱਖ ਸਭ ਕੁਝ ਛੱਡ ਨਹੀਂ ਦਿੰਦਾ। ਜੀਵਨ ਦੀ ਕਿਰਿਆ ਸਮਾਨ ਰੂਪ ਵਿੱਚ ਚੱਲਦੀ ਰਹਿੰਦੀ ਹੈ, ਪਰ ਆਸਾ ਜੀਵਨ ਵਿੱਚ ਬਿਲਕੁਲ ਮੁੱਕ ਜਾਂਦੀ ਹੈ। ਭੁੱਖ ਲੱਗੀ ਭੋਜਨ ਛਕ ਲਿਆ, ਪਰ ਕੋਈ ਪ੍ਰਬਲ ਭੋਜਨ ਦੀ ਲਾਲਸਾ ਨਹੀਂ ਹੈ। ਜੀ ਰਹੇ ਹਨ, ਜੀਵਨ ਦੀ ਲਾਲਸਾ ਨਹੀਂ। ਧੰਦਾ ਕਰ ਰਹੇ ਹਨ, ਸਿਰਫ ਉਪਜੀਵਕਾ ਵਾਸਤੇ ਕੀਤਾ ਹੋਇਆ ਕੰਮ ਸਿਰੇ ਚੜ੍ਹੇ ਜਾਂ ਨਾ, ਕੋਈ ਫਿਕਰ ਨਹੀਂ। ਜਿੱਥੇ ਜੀਵਨ ਦੀ ਲਾਲਸਾ ਪ੍ਰਬਲ ਹੋਵੇਗੀ ਉੱਥੇ ਵਾਸ਼ਨਾ ਵੇਗ ਵੀ ਬਹੁਤ ਪ੍ਰਬਲ ਹੋਵੇਗਾ, ਤੇ ਜਿੱਥੇ ਜੀਵਨ ਲਾਲਸਾ ਜੀਵਨ ਦਾ ਲਕਸ਼ ਹੋਵੇਗਾ ਉੱਥੇ ਮੌਤ ਦਾ ਭੈ ਵੀ ਪ੍ਰਬਲ ਹੋਵੇਗਾ। ਜਿਤਨੀ ਮਾਤਰਾ ਵਿੱਚ ਜੀਵਨ ਦੀ ਲਾਲਸਾ ਹੋਵੇਗੀ ਉਤਨੀ ਮਾਤਰਾ ਵਿੱਚ ਮੌਤ ਦਾ ਭੈ ਹੋਵੇਗਾ। ਜਿਸ ਨੇ ਜਗਤ ਤੋਂ ਚੋਟ ਖਾਧੀ ਹੈ, ਅਤੀ ਪੀੜਾ ਵਿੱਚ ਹੈ, ਉਦਾਸ ਹੈ, ਉਹ ਵੀ ਮੌਤ ਤੋਂ ਨਿਰਭੈ ਹੋ ਜਾਂਦਾ ਹੈ, ਤਦੇ ਤਾਂ ਆਤਮਘਾਤ ਕਰ ਲੈਂਦਾ ਹੈ। ਸਾਰੀ ਦੁਨੀਆ ਵਿੱਚ ਭਾਵੇਂ ਕਾਨੂੰਨੀ ਤੌਰ 'ਤੇ ਆਤਮਘਾਤ ਖੁਦਕੁਸ਼ੀ ਇੱਕ ਜੁਰਮ ਹੈ, ਪਰ ਸਾਰੇ ਜਗਤ ਵਿੱਚ ਖੁਦਕੁਸ਼ੀ ਮੌਜੂਦ ਹੈ, ਔਰ ਸੰਪੰਨ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਹੈ। ਅੱਛਾ ਮਕਾਨ ਮਿਲ ਗਿਆ, ਪਤਨੀ ਮਿਲ ਗਈ, ਧਨ ਕੋਲ ਹੈ,
ਸੰਸਾਰਕ ਸੁੱਖਾਂ ਦੇ ਸਾਰੇ ਸਾਧਨ ਮੌਜੂਦ ਹਨ, ਪਰ ਮਾਨਸਿਕ ਪੀੜਾ ਦਾ ਹਰਨ ਨਹੀਂ ਹੋਇਆ, ਤਾਂ ਵੀ ਘੋਰ ਨਿਰਾਸ਼ਾ ਤੇ ਉਦਾਸੀ ਘੇਰਦੀ ਹੈ ਤੇ ਆਤਮ ਘਾਤ ਲਈ ਮਨੁੱਖ ਸੋਚਣ ਲੱਗ ਪੈਂਦਾ ਹੈ। ਆਤਮ ਘਾਤ ਇੱਕ ਪਾਗਲਪਨ ਹੈ, ਬੁਜ਼ਦਿਲੀ ਹੈ। ਇਸੇ ਹੀ ਜੀਵਨ ਦੇ ਅਣਘੜੇ ਪੱਥਰ ਨੂੰ ਘੜ ਕੇ ਮੂਰਤੀਮਾਨ ਕੀਤਾ ਜਾ ਸਕਦਾ ਸੀ। ਠੀਕ, ਇਹ ਅਣਘੜਿਆ ਪੱਥਰ ਕਿਸੇ ਕੰਮ ਦਾ ਨਹੀਂ, ਪਰ ਮੂਰਤੀ ਦਾ ਜਨਮ ਵੀ ਕਿਸੇ ਤੋਂ ਹੋਣਾ ਸੀ। ਜੀਵਨ ਵਿੱਚ ਭਾਵੇਂ ਕੁਛ ਵੀ ਨਹੀਂ ਹੈ, ਪਰ ਇਸ ਅਸਾਰ ਜੀਵਨ ਵਿੱਚ ਸਾਰ ਦਾ ਜਨਮ ਹੋਣਾ ਸੀ। ਇਸੇ ਜੀਵਨ ਵਿੱਚੋਂ ਪਰਮ ਜੀਵਨ ਦਾ ਜਨਮ ਹੋਣਾ ਸੀ। ਉਸ ਜੀਵਨ ਦੀ ਝਲਕ ਦੇ ਮਿਲਦਿਆਂ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਤੋਂ ਮਨੁੱਖ ਉੱਚਾ ਹੋ ਜਾਂਦਾ ਹੈ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆ ਪ੍ਰਤਿਪਾਲਹੀ, ਲੇਖੈ ਸਾਸ ਗਿਰਾਸ। ਸਿਰਾਗ ਮਹਲਾ ਪਹਿਲਾ ਅੰਗ 20। ਅਗਿਆਨ ਆਸ਼ਰਿਤ ਉਦਾਸੀ ਤੇ ਨਿਰਾਸ਼ਾ ਘੋਰ ਅੰਧਕਾਰ ਹੈ ਤੇ ਉਸ ਅੰਧਕਾਰ ਵਿੱਚ ਸਿਵਾਏ ਘਾਤ ਕਰਨ ਤੋਂ ਕੁਛ ਬਣਦਾ ਨਹੀਂ। ਪਰ ਗਿਆਨ ਸਾਧਨਾ ਨਾਲ ਜਗਤ ਅਸਾਰ ਦਿਖਾਈ ਦਿੱਤਾ ਹੈ। ਹੁਣ ਸਾਰੇ ਕਰਮ ਕਰ ਰਿਹਾ ਹੈ, ਫਲ ਦੀ ਕੋਈ ਇੱਛਾ ਨਹੀਂ ਰਹੀ। ਲਾਏ ਹੋਏ ਬੂਟੇ ਫੁੱਲ ਤੱਕ ਪੁੱਜਣ ਜਾਂ ਨਾ ਪੁੱਜਣ, ਸਭ ਕੁਝ ਉਹ ਪਰਮਾਤਮਾ ਦੇ ਸੁੱਟ ਦਿੰਦਾ ਹੈ ਤੇ ਕਰਮ ਵੀ ਸਾਰੇ ਕਰੀ ਜਾਂਦਾ ਹੈ ਤੇ ਫਲ ਵੀ ਇੱਛਾ ਵੀ ਨਹੀਂ ਹੈ। ਕਾਉ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗਰਾਚੈ। ਗੌੜੀ ਸੁਖਮਨੀ ਮਹਲਾ ਪੰਜਵਾਂ ਅੰਗ 274। ਇਸ ਤਰ੍ਹਾਂ ਦਾ ਮਨੁੱਖ ਆਸਾ ਵਿੱਚ ਨਿਰਾਸ਼ ਹੈ, ਉਦਾਸੀ ਹੈ ਤੇ ਇਸ ਤਰ੍ਹਾਂ ਦੇ ਉਦਾਸੀ ਨਿਰਾਸ਼ ਨੂੰ ਪ੍ਰਮਾਤਮਾ ਲਾਜ਼ਮੀ ਮਿਲਦਾ ਹੈ। ਆਸਾ ਮੈਂ ਨਿਰਾਸ਼ ਬੁਲਾਏ, ਨਿਹਚੋ ਨਾਨਕ ਕਰਤੇ ਪਾਏ। ਰਾਮਕਲੀ ਮਹਲਾ ਪਹਿਲਾ ਅੰਗ 877। ਜਗਤ ਵਿੱਚ ਹੀ ਲੀਨ ਰਚਿਆ ਮਿਚਿਆ ਤਾਂ ਮਿਥਿਆ ਜਗਤ ਵਿੱਚ ਲੀਨ ਆਪ ਵੀ ਮਿਥਿਆ ਹੋ ਜਾਂਦਾ ਹੈ। ਪਰਮਾਤਮਾ ਤੱਤ ਵਿੱਚ ਲੀਨ ਜਗਤ ਨੂੰ ਅਸਾਰ ਸਮਝ ਕੇ ਕਰਮ ਕਰਨ ਵਾਲਾ ਉਦਾਸੀ ਤੱਤ ਨੂੰ ਪ੍ਰਾਪਤ ਹੁੰਦਾ ਹੈ। ਜਿਸ ਦਿਨ ਇਹ ਬੋਧ ਹੋ ਜਾਵੇ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਹੈ ਜਿਸ ਨਾਲ ਮੇਰੀ ਤ੍ਰਿਪਤੀ ਹੋ ਸਕੇ, ਮੇਰੀ ਪੂਰਤੀ ਹੋ ਸਕਦੀ ਹੈ, ਮੇਰੀ ਤ੍ਰਿਪਤੀ ਨਹੀਂ ਹੋ ਸਕਦੀ, ਬਸ ਇਸ ਬੋਧ ਦੇ ਮਿਲਦਿਆਂ ਸੱਚ ਉਦਾਸੀ ਦਾ ਜਨਮ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਉਦਾਸੀ ਮਿਲੇ ਬਿਨਾਂ ਸੰਸਾਰ ਤੋਂ ਉੱਚਾ ਉੱਠਣਾ ਔਖਾ ਹੈ। ਭਾਗ 11। ਨਿੰਦਰਾ। ਸਰੀਰ ਲਈ ਭੋਜਨ ਪਾਣੀ ਜਿਵੇਂ ਜ਼ਰੂਰੀ ਹੈ, ਨੀਂਦ ਵੀ ਉਤਨੀ ਲਾਜ਼ਮੀ ਹੈ। ਭੋਜਨ ਪਾਣੀ ਤਾਂ ਫਿਰ ਵੀ ਸਾਨੂੰ ਲੱਭਣਾ ਪੈਂਦਾ ਹੈ, ਪਰ ਨੀਂਦ ਤਾਂ ਆਪਣੇ ਆਪ ਸਰੀਰ ਲੱਭ ਲੈਂਦਾ ਹੈ। ਗਹਿਰੀ ਨੀਂਦ ਤੋਂ ਬਾਅਦ ਗਹਿਰੀ ਤਾਜ਼ਗੀ ਮਿਲਦੀ ਹੈ ਤੇ ਦਿਨ ਭਰ ਮਨੁੱਖ ਕੰਮ ਕਰਨ ਜੋਗਾ ਹੋ ਜਾਂਦਾ ਹੈ। ਚੇਤਨਾ ਦੀਆਂ 3 ਅਵਸਥਾਵਾਂ ਹਨ: ਜਾਗਰਿਤ, ਸੁਪਨ, ਸਖੋਪਤ, ਸਸ਼ੁਪਤੀ। ਸੌਣ ਲੱਗਿਆਂ ਇੱਕਦਮ ਗਹਿਰੀ ਨੀਂਦ ਨਹੀਂ ਆਵੇਗੀ। ਸਰੀਰ ਤਾਂ ਸੌ ਜਾਂਦਾ ਹੈ ਪਰ ਦਿਮਾਗ ਕੰਮ ਕਰਦਾ ਹੈ। ਕਲਪਨਾ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਸੁਪਨੇ ਚੱਲ ਪੈਂਦੇ ਹਨ ਔਰ ਐਸੇ ਸੁਪਨੇ ਅਗਰ ਸਾਰੀ ਰਾਤ ਚੱਲਦੇ ਰਹਿਣ ਤਾਂ ਸਵੇਰੇ ਉੱਠ ਕੇ ਥਕੇਵਾਂ ਬਣਿਆ ਰਹਿੰਦਾ ਹੈ, ਕਿਉਂਕਿ ਮਨ ਸਾਰੀ ਰਾਤ ਕੰਮ ਕਰਦਾ ਰਿਹਾ ਹੈ। ਜਿੱਥੇ ਥੋੜ੍ਹੀ ਦੇਰ ਲਈ ਮਨ ਵੀ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ, ਉਸ ਹਾਲਤ ਨੂੰ ਸਖੋਪਤੀ ਕਹਿੰਦੇ ਹਨ। ਉਹ ਗਹਿਰੀ ਨੀਂਦ ਅਗਰ 5 ਜਾਂ 10 ਮਿੰਟ ਲਈ ਨਾ ਆਏ ਤਾਂ ਸਰੀਰ ਵਿੱਚ ਅਨੇਕਾਂ ਰੋਗ ਪੈਦਾ ਹੋ ਸਕਦੇ ਹਨ ਤੇ ਮਾਨਸਿਕ ਸੰਤੁਲਨ ਵੀ ਵਿਗੜਨ ਦਾ ਡਰ ਹੁੰਦਾ ਹੈ। ਸਖੋਪਤੀ ਦੀ ਹਾਲਤ ਵਿੱਚ ਹੀ ਆਤਮ ਅਭਿਆਸੀ ਨੂੰ ਸਮਾਧੀ ਦਾ ਬੋਧ ਮਿਲਿਆ ਹੈ। ਸਖੋਪਤੀ ਪਰਮ ਨਿੰਦਰਾ ਹੈ ਤੇ ਸਮਾਧੀ ਪਰਮ ਜਾਗਣ ਹੈ। ਦਿਨ ਤੋਂ ਰਾਤ ਦੀ ਹੋਂਦ ਸਰੀਰ ਲਈ ਸੌਣ ਤੇ ਜਾਗਣ ਲਈ ਹੈ। ਸੱਚ ਤਾਂ ਇਹ ਹੈ, ਜਿੱਥੇ ਨੀਂਦ ਪੂਰਨ ਹੈ ਉੱਥੇ ਹੀ ਜਾਗਣ ਪੂਰਨ ਹੈ। ਜਿੱਥੇ ਨੀਂਦ ਅਧੂਰੀ ਹੈ, ਸਾਰੀ ਰਾਤ ਸੁਪਨੇ ਹੀ ਚੱਲਦੇ ਰਹੇ, ਉੱਥੇ ਜਾਗਣ ਵੀ ਅਧੂਰਾ ਹੋਵੇਗਾ। ਜੀਵਨ ਵਿਕਾਸ ਲਈ ਜਿੱਥੇ ਨੀਂਦ ਲਾਜ਼ਮੀ ਹੈ, ਉਤਨਾ ਹੀ ਜਾਗਣ ਲਾਜ਼ਮੀ ਹੈ। ਜਾਗਣ ਨੂੰ ਕੱਢ ਦਈਏ ਤਾਂ ਨੀਂਦ ਮੌਤ ਹੈ। ਨੀਂਦ ਵਿੱਚ ਵਕਤੀ ਤੌਰ 'ਤੇ ਸੰਸਾਰ ਨਾਲ ਸੰਬੰਧ ਟੁੱਟਦਾ ਹੈ, ਮੌਤ ਨਾਲ ਹਮੇਸ਼ਾ ਲਈ ਟੁੱਟ ਜਾਂਦਾ ਹੈ। ਆਮ ਮਨੁੱਖੀ ਜੀਵਨ ਵਿੱਚ ਅਧੂਰੀ ਨੀਂਦ ਹੈ, ਇਸ ਵਾਸਤੇ ਜਾਗਣ ਵੀ ਅਧੂਰਾ ਹੈ। ਅਧੂਰੇ ਜਾਗਣ ਨਾਲ ਅਧੂਰੇ ਸੰਬੰਧ ਜੁੜਦੇ ਹਨ। ਜਾਗਦੇ ਜਗਤ ਨਾਲ ਸੰਬੰਧ ਜੁੜ ਗਿਆ, ਪਰ ਜਗਤ ਦੇ ਕਰਤੇ ਨਾਲ ਸੰਬੰਧ ਵਛਿੰਨ ਹੀ ਰਿਹਾ। ਗੁਰਬਾਣੀ ਨੇ ਬਹੁਪੱਖੀ ਸੋਹਣਾ ਜਾਗਣਾ ਮੰਨਿਆ ਹੈ। ਜਾਗੇ ਸੁਖ ਦਿਓ ਅਰ ਅਕੂਰ, ਹਣਵੰਤ ਜਾਗੈ ਤਰ ਲੰਕੂਰ। ਸ਼ੰਕਰ ਜਾਗੈ ਚਰਨ ਸੇਵ, ਕਲ ਜਾਗੈ ਨਾਮਾ ਜੈ ਦੇਵ। ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਬਸੰਤ ਕਬੀਰ ਜੀ ਅੰਗ 1193। ਅਗਰ ਨਿਰੰਕਾਰ ਨਾਲ ਸੰਬੰਧ ਨਹੀਂ ਤਾਂ ਸਾਡਾ ਜਾਗਣਾ ਅਧੂਰਾ ਹੈ। ਸੌਂ ਕੇ ਤਾਂ ਸਿਰਫ ਵਿਸ਼ਰਾਮ ਹੀ ਕਰ ਸਕਦੇ ਹਾਂ। ਸਰੀਰਕ ਵਿਕਾਸ ਲਈ ਸੌਣਾ ਲਾਜ਼ਮੀ ਹੈ, ਪਰ ਚੇਤਨਾ ਦੇ ਵਿਕਾਸ ਲਈ ਤਾਂ ਜਾਗਣਾ ਲਾਜ਼ਮੀ ਹੈ। ਕੋਈ ਕੰਮ ਪੂਰਨ ਕਰਨ ਲਈ ਜਾਗਰਤੀ ਚਾਹੀਦੀ ਹੈ। ਸੁੱਤਾ ਮਨੁੱਖ ਕੰਮ ਧੰਦੇ ਨਹੀਂ ਕਰ ਸਕਦਾ, ਦੁਕਾਨ ਨਹੀਂ ਚਲਾ ਸਕੇਗਾ।
ਰੇਲ ਗੱਡੀ ਮੋਟਰ ਵਗੈਰਾ ਜਾਗਦੇ ਹੀ ਚਲਾਏ ਜਾ ਸਕਦੇ ਹਨ। ਰਾਤ ਸੁੱਤੇ ਪਏ ਸੁਪਨੇ ਵਿੱਚ ਰੋਟੀ ਜਾਂ ਪਾਣੀ ਪੀਣ ਨਾਲ ਭੁੱਖ ਤੇ ਪਿਆਸ ਨਹੀਂ ਮਿਟਦੀ, ਜਾਗਰਤੀ ਵਿੱਚ ਖਾ ਪੀ ਕੇ ਹੀ ਮਿਟੇਗੀ। ਪਰਮਾਤਮਾ ਦਾ ਸੰਬੰਧ ਤੇ ਉਸ ਨਾਮ ਦਾ ਰਸ ਆਨੰਦ ਮਾਣਨ ਤੇ ਪੂਰਨ ਤ੍ਰਿਪਤੀ ਰਜੀਵੇਂ ਲਈ ਤਾਂ ਪੂਰਨ ਜਾਗਰਣ ਚਾਹੀਦਾ ਹੈ। ਸਾਡੀ ਅੱਧੀ ਚੇਤਨਾ ਚੁੱਕੇ ਹਰ ਵਕਤ ਸੁੱਤੀ ਪਈ ਹੈ, ਇਸ ਲਈ ਗਿਆਨ ਇੰਦਰੇ ਵੀ ਸੁੱਤੇ ਹੀ ਰਹਿੰਦੇ ਹਨ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿਠੈ ਸਾਧ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਗੌੜੀ ਗਵਾਰੜੀ ਮਹੱਲਾ ਪੰਜਵਾਂ ਅੰਗ 182। ਸਾਬਤ ਵਸਤੂ ਪਰਮਾਤਮਾ ਦਾ ਮਿਲਣਾ ਹੈ ਤੇ ਪਰਮਾਤਮ ਰਸ ਲਈ ਪੂਰਨ ਜਾਗਰਣ ਚਾਹੀਦਾ ਹੈ। ਅੱਖਾਂ ਨੂੰ ਸੰਸਾਰ ਦਾ ਰੂਪ ਰੰਗ ਤੇ ਧਨ ਦਿਖਾਈ ਦਿੰਦਾ ਹੈ, ਪਰ ਅਕਾਲ ਪੁਰਖ ਨਹੀਂ ਦਿਖਾਈ ਦਿੰਦਾ। ਕੰਠ ਸੰਸਾਰਕ ਰਸਾਂ ਤੇ ਗੀਤ ਤੇ ਨਿੰਦਾ ਆਦਿਕ ਸੁਣ ਕੇ ਰਸ ਮਾਣਦੇ ਹਨ, ਪਰ ਗੁਰਬਾਣੀ ਦੇ ਕੀਰਤਨ ਰਸ ਤੋਂ ਵਾਂਝੇ ਹਨ। ਰਸਨਾ ਭੋਜਨ ਦਾ ਰਸ ਤਾਂ ਮਾਣਦੀ ਹੈ, ਪਰ ਭਜਨ ਦਾ ਰਸ ਨਹੀਂ ਮਾਣਦੀ ਤੇ ਮਨ ਸੰਸਾਰ ਦੀ ਲੀਲਾ ਵਿੱਚ ਹੀ ਸੁੱਤਾ ਰਹਿੰਦਾ ਹੈ। ਇਸ ਤਰ੍ਹਾਂ ਸਾਡੇ ਗਿਆਨ ਇੰਦਰੇ ਅੱਧੇ ਕੰਮ ਕਰ ਰਹੇ ਹਨ, ਪੂਰਨ ਕੰਮ ਨਹੀਂ ਕਰਦੇ। ਇਸ ਨੂੰ ਅਧਿਆਤਮ ਅਧਰੰਗ ਵੀ ਆਖ ਸਕਦੇ ਹਾਂ। ਅੱਧੀ ਸ਼ਕਤੀ ਕੰਮ ਕਰ ਰਹੀ ਤੇ ਅੱਧੀ ਸੁੱਤੀ ਪਈ ਹੈ, ਇਸ ਵਾਸਤੇ ਬੋਧ ਵੀ ਅੱਧਾ ਹੈ। ਸਾਡੇ ਦੇਸ਼ ਦੇ ਧਾਰਮਿਕ ਇਤਿਹਾਸ ਵਿੱਚ ਕੁੰਭਕਰਨ ਦਾ ਜ਼ਿਕਰ ਹੈ, ਜੋ ਰਾਵਣ ਦਾ ਭਾਈ ਸੀ। ਉਹ ਬਹੁਤ ਗਹਿਰੀ ਨੀਂਦ ਸੌਂਦਾ ਸੀ ਤੇ ਸੌਣਾ ਹੀ ਉਸ ਦੀ ਜ਼ਿੰਦਗੀ ਦਾ ਲਕਸ਼ ਸੀ। ਜਦ ਕਦੇ ਰਾਵਣ ਨੂੰ ਆਪਣੇ ਭਰਾ ਦੀ ਲੋੜ ਪਵੇ ਤਾਂ ਉਸ ਨੂੰ ਜਗਾਉਣ ਲਈ ਢੋਰ, ਮਿਰਦੰਗ, ਨਗਾਰੇ ਤੇ ਨਰਸੰਗੇ ਤੇ ਸੰਖ ਦੇ ਆਦਿਕ ਵਜਾਏ ਜਾਂਦੇ ਸਨ। ਤੇ ਫਿਰ ਕਿਧਰੇ ਉਹ ਜਾਗਦਾ ਸੀ। ਕੁੰਭਕਰਨ ਧੰਨ ਹੈ, ਜਾਗਦਾ ਪਿਆ ਹੈ, ਪਰ ਅਸੀਂ ਤਾਂ ਨਹੀਂ ਜਾਗੇ। ਕਿਤਨੀਆਂ ਢੋਲਕੀਆਂ ਤੇ ਤਬਲੇ ਫਟ ਗਏ, ਗਾ ਗਾ ਕੇ ਕਿਤਨੇ ਰਾਗੀਆਂ ਦੇ ਗਲੇ ਖਰਾਬ ਹੋ ਗਏ। ਉੱਚੀ ਉੱਚੀ ਪਾਠ ਦੀਆਂ ਕਿਤਨੀਆਂ ਧੁਨੀਆਂ ਸੁਣੀਆਂ ਤੇ ਕਥਾਵਾਂ ਸੁਣੀਆਂ, ਪਰ ਨਹੀਂ ਜਾਗੇ। ਜਾਪਦਾ ਹੈ ਨੀਂਦ ਬਹੁਤ ਗਹਿਰੀ ਹੈ ਔਰ ਜਨਮਾਂ ਜਨਮਾਂ ਦੀ ਹੈ। ਤਦੇ ਤਾਂ ਕੀਰਤਨ ਕਥਾ ਵਿੱਚ ਉਬਾਸੀਆਂ ਆਵਣ ਲੱਗ ਪੈਂਦੀਆਂ ਹਨ ਤੇ ਨੀਂਦ ਵੀ ਆ ਜਾਂਦੀ ਹੈ। ਕੋਈ ਸੁੱਤਾ ਪਿਆ ਹੈ, ਉਸ ਨੂੰ ਜਗਾਉਣ ਲਈ ਖੜਾਕ ਆਵਾਜ਼ ਕਰਨੀ ਪੈਂਦੀ ਹੈ। ਗੁਰ ਸ਼ਬਦ ਦੀ ਗੁੰਜਾਰ ਨਾਲ ਸੁੱਤੇ ਮਨ ਨੂੰ ਜਗਾਉਣਾ ਹੈ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਸੂਈ ਅਸ਼ਟ ਮਹੱਲਾ ਚੌਥਾ ਅੰਗ 758। ਸਰੀਰ ਜਾਗੇਗਾ ਫਿਰ ਸੋਵੇਗਾ, ਇਹ ਸਰੀਰ ਦੀ ਪ੍ਰਕਿਰਤੀ ਹੈ। ਪਰ ਜੇ ਇੱਕ ਦਫਾ ਸੁੱਤੀ ਚੇਤਨਾ ਜਾਗ ਪਵੇ ਤਾਂ ਫਿਰ ਸੌਣਾ ਨਹੀਂ ਹੈ, ਫਿਰ ਅੱਠੇ ਪਹਿਰ ਪਰ ਆਨੰਦ ਦੀ ਬਰਖਾ ਹੈ। ਉਹ ਨਿੱਤ ਦਾ ਜਾਗਣ ਹੈ ਤੇ ਨਿੱਤ ਦੇ ਜਾਗਣ ਦਾ ਉਪਦੇਸ਼ ਸਤਿਗੁਰੂ ਜੀ ਕਰ ਰਹੇ ਹਨ। ਨਿਤ ਨਿਤ ਜਾਗਰਣ ਕਰੋ ਸਦਾ ਸਦਾ, ਆਨੰਦ ਜਪ ਜਗਦੀਸ਼ ਸੋਰਾ। ਸਾਰੰਗ ਮਹੱਲਾ ਚੌਥਾ ਅੰਗ 1201। ਨਿੱਤ ਦਾ ਜਾਗਰਣ ਹੀ ਜੀਵਨ ਹੈ ਤੇ ਧਰਮ ਦੀ ਸਾਧਨਾ ਨਿਤ ਜਾਗਰਣ ਲਈ ਹੈ। ਨਾਮ ਦਾ ਰਸ ਮਿਲਦਿਆਂ ਚੇਤਨਾ ਐਸੀ ਜਾਗਦੀ ਹੈ, ਫਿਰ ਸੌਣਾ ਨਹੀਂ ਹੈ। ਸੇ ਜਨ ਜਾਗਿਆ ਜਿਨ ਨਾਮ ਪਿਆਰ। ਗੌੜੀ ਗਵਾਰੀ ਮਹੱਲਾ ਤੀਜਾ ਅੰਗ 160। ਗੁਰਬਾਣੀ ਨੇ ਉਹਨਾਂ ਜਾਗੀਆਂ ਹੋਈਆਂ ਹਸਤੀਆਂ ਦਾ ਬਕਾਇਦਾ ਜ਼ਿਕਰ ਕੀਤਾ ਹੈ। ਕੌਣ ਕੌਣ ਜਾਗੇ ਹਨ? ਜਾਗੈ ਸੁਖਦੇਵ ਅਰ ਅਕੂਰ, ਹਣਵੰਤ ਜਾਗੈ ਤਰਲੰਕੂਰ, ਸ਼ੰਕਰ ਜਾਗੈ ਚਰਨ ਸੇਵ, ਕਲ ਜਾਗੈ ਨਾਮਾ ਜੈ ਦੇਵ। ਬਸੰਤ ਕਬੀਰ ਜੀ ਅੰਗ 1193-94। ਮਨ ਦੇ ਅਧੀਨ ਚੱਲਣ ਵਾਲਾ ਤਾਂ ਸਾਰੀ ਜ਼ਿੰਦਗੀ ਸੁੱਤਾ ਹੀ ਰਹਿ ਜਾਂਦਾ ਹੈ। ਨਾਮ ਰਸ ਵਿੱਚ ਜਾਗਣਾ ਹੀ ਅਸਲ ਜਾਗਰਣ ਤੇ ਪੂਰਨ ਜਾਗਰਣ ਹੈ। ਜਾਗਣਾ ਜਾਗਨ ਨੀਕਾ, ਹਰ ਕੀਰਤਨ ਮਹਿ ਜਾਗਣਾ। ਮਾਰੂ ਮਹੱਲਾ ਚੌਥਾ ਅੰਗ 1018। ਜੀਵਨ ਹਮੇਸ਼ਾ ਲਈ ਸੌ ਜਾਵੇ, ਉਸ ਤੋਂ ਪਹਿਲੇ ਇਹ ਜਾਗਰਣ ਮਿਲ ਜਾਵੇ ਤਾਂ ਜੀਵਨ ਸਫਲ ਸਮਝੋ, ਨਹੀਂ ਤਾਂ ਸੁੱਤਿਆ ਰਹਿਣ ਵਿਹਾਏ। ਸ੍ਰੀ ਰਾਗ ਮਹੱਲਾ ਤੀਜਾ ਅੰਗ 36। ਪਸ਼ੂ ਬਨਸਪਤੀ ਦੇ ਪੱਥਰਾਂ ਵਿੱਚ ਅਸੀਂ ਕਾਫੀ ਸੌ ਚੁੱਕੇ ਹਾਂ, ਪਰ ਹੁਣ ਮਨੁੱਖਾ ਦੇਹੀ ਵਿੱਚ ਅਗਰ ਇਹ ਜਾਗਰਣ ਨਾ ਮਿਲ ਸਕਿਆ ਤਾਂ ਅਵਸਰ ਗਿਆ ਸਮਝੋ। ਭਾਗ 11। ਜੀਵਨ ਕੀ ਹੈ, ਕਿੱਥੋਂ ਹੈ ਤੇ ਕਿਉਂ ਹੈ? ਚੱਲਦਾ